ਮੇਰੇ ਇੱਕ ਬਹੁਤ ਹੀ ਕਰੀਬੀ ਦੋਸਤ ਨੇ ਆਪਣੇ ਭਰਾ ਦੇ ਇਲਾਜ ਤੇ 15 ਲੱਖ ਰੁਪਏ ਖਰਚ ਕੀਤੇ। ਉਹਦੀ ਜਿੰਨੀ ਵੀ ਸੇਵਿੰਗ ਸੀ ਸਾਰੀ ਦੀ ਸਾਰੀ ਉਸ ਤੇ ਖਰਚ ਹੋ ਗਈ, ਕਿਉਂਕਿ ਉਹਦੇ ਕੋਲ ਕੋਈ ਹੈਲਥ ਇੰਸ਼ੋਰੈਂਸ ਨਹੀਂ ਸੀ। ਉਹਦੀ ਜਿੰਨੀ ਵੀ ਇਨਵੈਸਟਮੈਂਟ ਸੀ ਉਹ ਸਾਰੀ ਦੀ ਸਾਰੀ ਉਹਨੂੰ ਲਿਕੁਇਡੇਟ ਕਰਨੀ ਪੈ ਗਈ, ਈਵਨ ਕਿ ਉਹਨੂੰ 3 ਤੋਂ 4 ਲੱਖ ਰੁਪਏ ਆਪਣੇ ਦੋਸਤਾਂ ਮਿੱਤਰਾਂ ਤੋਂ ਉਧਾਰ ਵੀ ਲੈਣੇ ਪਏ। ਤੇ ਸਾਡੇ ਸਭ ਦੇ ਵੀ ਕੁਝ ਇਦਾਂ ਦੇ ਹਾਲਾਤ ਹੁੰਦੇ ਨੇ, ਜਦੋਂ ਗੱਲ ਹੈਲਥ ਇੰਸ਼ੋਰੈਂਸ ਦੀ ਆਉਂਦੀ ਹੈ ਨਾ ਤਾਂ ਅਸੀਂ ਇਗਨੋਰ ਕਰਦੇ ਹਾਂ ਕਿ ਸਾਨੂੰ ਥੋੜੀ ਨਾ ਕੁਝ ਹੋਣ ਲੱਗਿਆ, ਪਰ ਅਸਲ ਦੇ ਵਿੱਚ ਜਦੋਂ ਕੁਝ ਇਦਾਂ ਦਾ ਹੋ ਜਾਂਦਾ ਤਾਂ ਸਾਡਾ ਪੂਰੇ ਦਾ ਪੂਰਾ ਬਜਟ ਹਿੱਲ ਜਾਂਦਾ ਤੇ ਸਾਡੀ ਲਾਈਫ ਨੂੰ ਵਾਪਸ ਟਰੈਕ ਤੇ ਆਉਣ ਲਈ 3 ਤੋਂ 4 ਸਾਲ ਲੱਗ ਜਾਂਦੇ ਨੇ। ਇੰਡੀਆ ਦੇ ਵਿੱਚ 4% ਤੋਂ ਘੱਟ ਲੋਕਾਂ ਕੋਲ ਇੱਕ ਵਧੀਆ ਹੈਲਥ ਇੰਸ਼ੋਰੈਂਸ ਹੈ, ਤੇ ਜੇਕਰ ਤੁਸੀਂ ਵੀ ਹੈਲਥ ਇੰਸ਼ੋਰੈਂਸ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਇੱਕ ਬਹੁਤ ਹੀ ਚੰਗੀ ਗੱਲ ਹੈ। ਹੁਣ ਜੇਕਰ ਤੁਸੀਂ ਹੈਲਥ ਇੰਸ਼ੋਰੈਂਸ ਦਾ ਡਿਸੀਜਨ ਲੈ ਹੀ ਲਿਆ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਡਿਸੀਜਨ ਹੋਰ ਵੀ ਆਸਾਨ ਹੋ ਜਾਏਗਾ। ਜੇਕਰ ਤੁਸੀਂ ਖੁਦ ਰਿਸਰਚ ਕਰੋਗੇ ਤਾਂ 1-2 ਹਫ਼ਤੇ ਬਾਅਦ ਰਿਸਰਚ ਕਰਨ ਤੋਂ ਬਾਅਦ ਹੈਲਥ ਇੰਸ਼ੋਰੈਂਸ ਦੀਆਂ ਜੋ ਕੰਪਲਿਕੇਟਡ ਟਰਮਸ ਐਂਡ ਕੰਡੀਸ਼ਨ ਹੈ ਸ਼ਾਇਦ ਉਹਨਾਂ ਨੂੰ ਦੇਖਣ ਤੋਂ ਬਾਅਦ ਖੁਦ ਹੀ ਗਿਵ ਅਪ ਕਰ ਦਿਓਗੇ, ਬਟ ਇਸ ਤੋਂ ਬਾਅਦ ਨਹੀਂ, ਕਿਉਂਕਿ ਪਹਿਲੀ ਚੀਜ਼ ਜੋ ਤੁਸੀਂ ਚੈੱਕ ਕਰਨੀ ਹੈ ਹੈਲਥ ਇੰਸ਼ੋਰੈਂਸ ਕਰਾਉਣ ਵੇਲੇ ਉਹ ਹੈ ਕੰਪਨੀ ਦਾ ਕਲੇਮ ਸੈਟਲਮੈਂਟ ਰੇਸ਼ੋ। ਹੁਣ ਇਹ ਕਲੇਮ ਸੈਟਲਮੈਂਟ ਰੇਸ਼ੋ ਕੀ ਹੁੰਦਾ ਹੈ? ਅਸਲ ਦੇ ਵਿੱਚ ਇਹ ਹੁੰਦਾ ਹੈ ਕਿ ਕੰਪਨੀ ਨੇ ਇੱਕ ਸਾਲ ਦੇ ਵਿੱਚ ਕਿੰਨੇ ਕਲੇਮਸ ਪੇ ਕੀਤੇ ਨੇ ਡਿਵਾਈਡਡ ਬਾਈ ਕਿ ਕੰਪਨੀ ਕੋਲ ਕਿੰਨੇ ਕਲੇਮਸ ਆਏ। ਇਹ CSR ਦੇਖਣ ਨੂੰ ਜਿੰਨਾ ਸਿੰਪਲ ਲੱਗਦਾ ਇੰਨਾ ਸਿੰਪਲ ਹੈ ਨਹੀਂ। ਹੁਣ ਇਹ ਸਭ ਕਿਉਂ ਹੁੰਦਾ ਹੈ? ਇਹ ਦੇਖਦੇ ਹਾਂ ਸਾਰੀਆਂ ਕੰਪਨੀਆਂ ਦੇ 2021 ਦੇ ਕੁਝ ਡਾਟੇ ਤੋਂ। ਇਹ ਡਾਟਾ IRDAI ਦੀ ਲੇਟੈਸਟ ਐਨੂਅਲ ਰਿਪੋਰਟ ਚੋਂ ਲਿਆ ਗਿਆ, ਤੇ ਜੇਕਰ ਤੁਸੀਂ ਇਹ ਡਾਟਾ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ। ਇਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਾਲਮ ਦਿਖ ਰਹੇ ਹੋਣਗੇ, ਜਿਵੇਂ ਕਿ ਰਿਜੈਕਟਡ ਕਲੇਮਸ, ਕਲੋਜ਼ਡ ਕਲੇਮਸ ਤੇ ਟੋਟਲ ਕਲੇਮਸ। ਜੇ ਗੱਲ ਕਰੀਏ ਅਪਰੂਵਡ ਕਲੇਮਸ ਦੀ ਤਾਂ ਜੋ ਟੋਟਲ ਕਲੇਮ ਚੋਂ ਰਿਜੈਕਟਡ ਤੇ ਕਲੋਜ਼ਡ ਕਲੇਮ ਮਾਈਨਸ ਕਰੋਗੇ ਤਾਂ ਬਾਕੀ ਬਚਿਆ ਡਾਟਾ ਅਪਰੂਵਡ ਕਲੇਮਸ ਦਾ ਹੋਏਗਾ। ਹੁਣ ਰਿਜੈਕਟ ਕਲੇਮ ਤਾਂ ਸਮਝ ਆਉਂਦਾ ਕਿ ਕੰਪਨੀ ਦੁਆਰਾ ਰਿਜੈਕਟ ਕੀਤੇ ਗਏ ਕਲੇਮਸ, ਕਾਰਨ ਕੋਈ ਵੀ ਹੋ ਸਕਦਾ, ਫਾਲਸ ਕਲੇਮ ਹੋ ਸਕਦਾ ਹੈ, ਇਨਕੰਪਲੀਟ ਡਾਕੂਮੈਂਟੇਸ਼ਨ ਹੋ ਸਕਦੀ ਹੈ, ਜਾਂ ਫਿਰ ਪਾਲਿਸੀ ਦੇ ਅਕੋਰਡਿੰਗ ਕੋਈ ਰੌਂਗ ਇਨਫੋਰਮੇਸ਼ਨ ਹੋ ਸਕਦੀ ਹੈ। ਪਰ ਜੇ ਗੱਲ ਕਰੀਏ ਕਲੋਜ਼ਡ ਕਲੇਮ ਦੀ ਤਾਂ ਰਿਜੈਕਟਡ ਕਲੇਮ ਤੋਂ ਥੋੜੇ ਅਲੱਗ ਹੁੰਦੇ ਨੇ। ਇਹ ਉਹ ਕਲੇਮ ਹੁੰਦੇ ਨੇ ਜਿਨ੍ਹਾਂ ਨੂੰ ਨਾ ਤਾਂ ਕੰਪਨੀ ਅਪਰੂਵ ਕਰਦੀ ਹੈ ਤੇ ਨਾ ਹੀ ਰਿਜੈਕਟ ਕਰਦੀ ਹੈ। ਇਹ ਕਲੇਮ ਕੰਪਨੀ ਕੋਲ ਆਉਂਦੇ ਤਾਂ ਜ਼ਰੂਰ ਨੇ, ਪਰ ਕੰਪਨੀ ਬਿਨਾਂ ਅਪਰੂਵ ਕੀਤੇ ਇਹਨਾਂ ਨੂੰ ਕਲੋਜ਼ ਕਰ ਦਿੰਦੀ ਹੈ। ਜਿਸ ਨੂੰ ਹੋਰ ਥੋੜੇ ਵਧੀਆ ਤਰੀਕੇ ਨਾਲ ਸਮਝਾਵਾਂ ਤਾਂ ਕਈ ਵਾਰ ਕੇਸ ਇਦਾਂ ਦੇ ਹੋ ਜਾਂਦੇ ਨੇ ਕਿ ਕਸਟਮਰ ਐਪਲੀਕੇਸ਼ਨ ਸਬਮਿਟ ਕਰਨ ਤੋਂ ਬਾਅਦ ਵਿਡਰੋ ਕਰ ਲੈਂਦਾ, ਜਾਂ ਫਿਰ ਐਪਲੀਕੇਸ਼ਨ ਤੋਂ ਬਾਅਦ ਜਦੋਂ ਕੰਪਨੀ ਫੋਲੋ ਅਪ ਕਰਦੀ ਹੈ ਤਾਂ ਉਹਨੂੰ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਮਿਲਦੀ। ਇਦਾਂ ਦੇ ਕੇਸਿਸ ਦੇ ਵਿੱਚ ਕੰਪਨੀ ਕੇਸ ਨੂੰ ਕਲੋਜ਼ ਕਰ ਦਿੰਦੀ ਹੈ। ਇਸ ਡਾਟੇ ਦੇ ਵਿੱਚ ਜਿਨ੍ਹਾਂ ਕੰਪਨੀਆਂ ਦਾ ਕਲੇਮ ਅਪਰੂਵਲ ਰੇਟ 95% ਤੋਂ ਜ਼ਿਆਦਾ ਉਹਨਾਂ ਨੂੰ ਅਸੀਂ ਗ੍ਰੀਨ ਦੇ ਵਿੱਚ ਹਾਈਲਾਈਟ ਕੀਤਾ, ਤੇ ਜਿਨ੍ਹਾਂ ਦਾ 90% ਤੋਂ ਘੱਟ ਹੈ ਉਹਨਾਂ ਨੂੰ ਰੈੱਡ ਦੇ ਵਿੱਚ ਹਾਈਲਾਈਟ ਕੀਤਾ ਗਿਆ। ਇਸ ਡਾਟਾ ਦੇ ਹਿਸਾਬ ਨਾਲ ਪ੍ਰਾਈਵੇਟ ਦੇ ਵਿੱਚ ਬਜਾਜ ਅਲੀਅੰਸ, HDFC ERGO, ਇਫਕੋ ਟੋਕੀਓ ਤੇ ਰਿਹਾਜ਼ਾ ਵਧੀਆ ਪਰਫਾਰਮ ਕਰ ਰਹੇ ਨੇ, ਤੇ ਦੂਜੇ ਪਾਸੇ ਗਵਰਨਮੈਂਟ ਦੇ ਵਿੱਚ ਨੈਸ਼ਨਲ, ਦਾ ਨਿਊ ਇੰਡੀਆ, ਓਰੀਐਂਟਲ ਤੇ ਯੂਨਾਈਟਿਡ ਇੰਡੀਆ ਵਧੀਆ ਪਰਫਾਰਮ ਕਰ ਰਹੇ ਨੇ। ਪਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਡਾਟਾ ਦੇ ਵਿੱਚ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਜੇਕਰ ਕਲੇਮ ਅਪਰੂਵ ਹੋਇਆ ਤਾਂ ਐਕਚੁਅਲ ਦੇ ਵਿੱਚ ਕਸਟਮਰ ਨੂੰ ਕਿੰਨਾ ਪੇ ਆਊਟ ਮਿਲਿਆ। ਕੰਪਨੀ ਦੇ ਅਕੋਰਡਿੰਗ ਜੇਕਰ ਉਹਨੇ 10% ਵੀ ਪੇ ਆਊਟ ਦਿੱਤਾ ਤਾਂ ਉਹਦੇ ਲਈ ਇਹ ਚੀਜ਼ ਅਪਰੂਵਡ ਕਲੇਮਸ ਦੇ ਵਿੱਚ ਕਾਊਂਟ ਹੋਏਗੀ, ਬਟ ਦੂਜੇ ਪਾਸੇ ਕਸਟਮਰ ਦੇ ਲਈ ਕੋਈ ਵਧੀਆ ਅਪਰੂਵਲ ਨਹੀਂ ਹੈ। ਸੋ ਇਸ ਚੀਜ਼ ਨੂੰ ਦੇਖਣ ਦੇ ਲਈ ਆਪਾਂ ਚੈੱਕ ਕਰਦੇ ਹਾਂ ਇਹਨਾਂ ਕੰਪਨੀਜ਼ ਦਾ ਇਨਕਿਉਰਡ ਕਲੇਮਸ ਰੇਸ਼ੋ। ICR ਦਾ ਬੇਸਿਕਲੀ ਮਤਲਬ ਹੁੰਦਾ ਹੈ ਕਿ ਇੱਕ ਸਾਲ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਕਿੰਨਾ ਕਲੇਮ ਅਮਾਊਂਟ ਪੇ ਕੀਤਾ ਡਿਵਾਈਡਡ ਬਾਏ ਕਿ ਕੰਪਨੀ ਕੋਲ ਕਿੰਨਾ ਪ੍ਰੀਮੀਅਮ ਅਮਾਊਂਟ ਆਇਆ। ਜੇਕਰ ICR 100% ਤੋਂ ਜ਼ਿਆਦਾ ਤਾਂ ਇਹਦਾ ਮਤਲਬ ਇਹ ਹੈ ਕਿ ਕੰਪਨੀ ਕੋਲ 100 ਰੁਪਏ ਦਾ ਇੱਕ ਸਾਲ ਦੇ ਵਿੱਚ ਪ੍ਰੀਮੀਅਮ ਅਮਾਊਂਟ ਆਇਆ, ਬਟ ਉਸਨੇ ਕਲੇਮ ਉਸੇ ਸਾਲ ਦੇ ਵਿੱਚ 100 ਰੁਪਏ ਤੋਂ ਜ਼ਿਆਦਾ ਪੇ ਕੀਤਾ। ਤੇ ਜੇਕਰ ICR ਘੱਟ ਹੈ ਤਾਂ ਇਹਦਾ ਮਤਲਬ ਕੰਪਨੀ ਪਿਓਰਲੀ ਪ੍ਰੋਫਿਟ ਤੇ ਫੋਕਸ ਕਰ ਰਹੀ ਹੈ, ਤੇ ਇਸੇ ਪ੍ਰੋਫਿਟ ਦੇ ਚੱਕਰ ਦੇ ਵਿੱਚ ਉਹ 100% ਕਲੇਮ ਅਪਰੂਵ ਵੀ ਨਹੀਂ ਕਰ ਰਹੀ ਹੈ। ਆਈਡੀਅਲ ICR 75% ਤੋਂ ਉੱਪਰ ਤੇ 99% ਤੋਂ ਘੱਟ ਹੋਣਾ ਚਾਹੀਦਾ ਹੈ। ਤੇ ਜੇਕਰ ਆਪਾਂ ਡਾਟਾ ਦੇਖੀਏ ਤਾਂ 2021 ਕੋਈ ਨਾਰਮਲ ਈਅਰ ਨਹੀਂ ਸੀ, ਤਾਂ ਇਹਨਾਂ ਚੀਜ਼ਾਂ ਦਾ ਕੰਪੈਰੀਜ਼ਨ ਕਰਨ ਲਈ ਆਪਾਂ ਪਿਛਲੇ 2 ਸਾਲ ਦਾ ਡਾਟਾ ਦੇਖਦੇ ਹਾਂ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬਹੁਤ ਹੀ ਘੱਟ ਕੰਪਨੀਆਂ ਨੇ ਜਿਨ੍ਹਾਂ ਦਾ ICR ਰੇਂਜ 75% ਤੋਂ 99% ਤੱਕ ਹੈ। ਪ੍ਰਾਈਵੇਟ ਦੀ ਜੇ ਗੱਲ ਕਰੀਏ ਤਾਂ ਬਜਾਜ ਅਲੀਅੰਸ ਦਾ ਕਲੇਮ ਸੈਟਲਮੈਂਟ ਰੇਟ ਵੀ ਵਧੀਆ ਤੇ ICR ਰੇਂਜ ਵੀ ਠੀਕ ਹੈ। ਇਫਕੋ ਟੋਕੀਓ ਤੇ ਰਿਹਾਜ਼ਾ ਦੋਨੋਂ ਪੈਰਾਮੀਟਰ ਵਿੱਚ ਹੀ ਠੀਕ ਨੇ। ਦੂਜੇ ਪਾਸੇ ਗਵਰਨਮੈਂਟ ਦੀ ਗੱਲ ਕਰੀਏ ਤਾਂ ਗਵਰਨਮੈਂਟ ਦੇ ਵਿੱਚ 4 ਕੰਪਨੀਆਂ ਦਾ ICR ਮੋਰ ਦੈਨ 100% ਹੈ, ਬਟ ਫਿਰ ਵੀ ਗਵਰਨਮੈਂਟ ਕੰਪਨੀ ਨੂੰ ਅਸੀਂ ਇਸ ਲਈ ਕੰਸੀਡਰ ਕਰਾਂਗੇ ਕਿਉਂਕਿ ਗਵਰਨਮੈਂਟ ਕਦੇ ਵੀ ਨਹੀਂ ਚਾਹੇਗੀ ਕਿ ਉਹਨਾਂ ਦੀਆਂ ਕੰਪਨੀਆਂ ਫੇਲ ਹੋਣ। ਬਾਕੀ ਜਿੰਨਾ ਕੰਪਨੀਆਂ ਦੀ ICR ਰੇਂਜ ਪੂਅਰ ਹੈ ਉਹਨਾਂ ਨੂੰ ਅਸੀਂ ਰੈੱਡ ਦੇ ਵਿੱਚ ਹਾਈਲਾਈਟ ਕੀਤਾ। ਇੱਕ ਵਾਰ ਇਹ ਵੀ ਦੇਖ ਲੈਂਦੇ ਹਾਂ ਕਿ ਇਹ ਕੰਪਨੀਆਂ ਕਿੰਨੀ ਜਲਦੀ ਕਲੇਮ ਅਪਰੂਵ ਕਰ ਦਿੰਦੀਆਂ ਨੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੋ ਕੰਪਨੀਆਂ 95% ਤੋਂ ਜ਼ਿਆਦਾ ਕੇਸਿਸ 3 ਮਹੀਨਿਆਂ ਦੇ ਵਿੱਚ ਅਪਰੂਵ ਕਰ ਦਿੰਦੀਆਂ ਨੇ ਉਹਨਾਂ ਨੂੰ ਗ੍ਰੀਨ ਦੇ ਵਿੱਚ ਹਾਈਲਾਈਟ ਕੀਤਾ ਗਿਆ, ਤੇ ਜਿਨ੍ਹਾਂ ਦੀ ਅਪਰੂਵ ਰੇਸ਼ੋ 90% ਤੋਂ ਘੱਟ ਹੈ ਉਹਨਾਂ ਨੂੰ ਰੈੱਡ ਦੇ ਵਿੱਚ ਹਾਈਲਾਈਟ ਕੀਤਾ ਗਿਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਜਾਜ ਅਲੀਅੰਸ ਤੇ ਇਫਕੋ ਟੋਕੀਓ ਇੱਥੇ ਥੋੜਾ ਲੈਗ ਕਰ ਰਹੇ ਨੇ। ਚਲੋ ਇੱਕ ਕੰਮ ਕਰਦੇ ਹਾਂ ਕਿ ਇਸ ਪੈਰਾਮੀਟਰ ਤੇ ਜੋ ਟੌਪ ਪਰਫਾਰਮਿੰਗ ਕੰਪਨੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕਰਕੇ ਦੇਖਦੇ ਹਾਂ, ਚੀਜ਼ਾਂ ਕ੍ਰਿਸਟਲ ਕਲੀਅਰ ਹੋ ਜਾਣਗੀਆਂ। ਇੱਥੇ ਦੋਨੋਂ ਪ੍ਰਾਈਵੇਟ ਤੇ ਗਵਰਨਮੈਂਟ ਟੌਪ ਪਰਫਾਰਮਿੰਗ ਕੰਪਨੀਆਂ ਨੂੰ ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕੀਤਾ ਗਿਆ। ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਐਕਸਾ, ਐਡਲਵੀਜ਼ ਤੇ ਰਿਹਾਜ਼ਾ ਦਾ ਬੇਸ ਕਾਫੀ ਘੱਟ ਹੈ ਬਾਕੀ ਕੰਪਨੀਆਂ ਦੇ ਕੰਪੈਰੀਜ਼ਨ ਦੇ ਵਿੱਚ। ਬਾਕੀ ਸਾਰੀਆਂ ਕੰਪਨੀਆਂ ਦਾ ਈਅਰਲੀ ਕਲੇਮ ਘੱਟੋ ਘੱਟ 10 ਲੱਖ ਹੈ। ਤੇ ਜੇ ਆਪਾਂ ਗੱਲ ਕਰੀਏ ਸਾਰੀਆਂ ਵੱਡੀਆਂ ਟੌਪ ਪਰਫਾਰਮਿੰਗ ਕੰਪਨੀਆਂ ਦੇ ਵਿੱਚੋਂ ਬਜਾਜ ਅਲੀਅੰਸ ਬੈਸਟ ਪ੍ਰਾਈਵੇਟ ਕੰਪਨੀ ਹੈ ਤੇ HDFC ERGO ਵੀ ਆਲਮੋਸਟ ਉਹਦੇ ਬਰਾਬਰ ਹੀ ਚੱਲ ਰਹੀ ਹੈ। ਟਾਟਾ AIG ਤੇ SP ਜਨਰਲ ਕਾਫੀ ਪੈਰਾਮੀਟਰ ਤੇ ਲੈਗ ਕਰ ਰਹੇ ਨੇ। ਤੇ ਜੇ ਗੱਲ ਕਰੀਏ ਗਵਰਨਮੈਂਟ ਕੰਪਨੀਆਂ ਦੀ ਤਾਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਟੌਪ ਤੇ ਚੱਲ ਰਹੀ ਹੈ ਤੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਵੀ ਆਲਮੋਸਟ ਉਹਦੇ ਬਰਾਬਰ ਹੀ ਚੱਲ ਰਹੀ ਹੈ। ਸੋ ਇਹ ਸੀ ਹੈਲਥ ਇੰਸ਼ੋਰੈਂਸ ਦੇ ਵਿੱਚ ਕੁਝ ਟੌਪ ਪਰਫਾਰਮਿੰਗ ਕੰਪਨੀਆਂ। ਤੁਸੀਂ ਅਲੱਗ-ਅਲੱਗ ਕੰਪਨੀਆਂ ਦਾ ਪ੍ਰੀਮੀਅਮ ਕੰਪੇਅਰ ਕਰ ਸਕਦੇ ਹੋ ਆਪਣੇ ਲਈ ਇੱਕ ਪਰਫੈਕਟ ਪਾਲਿਸੀ ਚੂਜ਼ ਕਰਨ ਦੇ ਲਈ। ਤੇ ਇਦਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ BKFIT ਪੰਜਾਬੀ।